7ਵੀਂ ਸ਼੍ਰੇਣੀ ਦੇ ਵਿੱਚ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਜੀ ਆਇਆਂ ਨੂੰ ਵਿਦਿਆਰਥੀਓ। ਨਵੀਂ ਉਡਾਨ ਪੰਜਾਬੀ ਪਾਠ ਪੁਸਤਕ 7 ਦਾ ਪਾਠ ਨੰਬਰ 2 ਸ਼ੁਰੂ ਕੀਤਾ ਸੀ ਅਸੀਂ ਕੱਲ੍ਹ, ਹੁਨਰ ਦਾ ਮੁੱਲ, ਜੋ ਪੰਨਾ ਨੰਬਰ 14 ਦੇ ਉੱਤੇ ਹੈ। ਸੋ ਇਸ ਦਾ ਅਸੀਂ ਪਹਿਲਾ ਪੰਨਾ ਪੜ੍ਹਿਆ ਸੀ ਕਿ ਕਿਵੇਂ ਇੱਕ ਰਾਜਕੁਮਾਰੀ ਸ਼ਰਤ ਰੱਖਦੀ ਹੈ ਰਾਜਕੁਮਾਰ ਦੇ ਨਾਲ ਕਿ ਜੇ ਉਸਨੂੰ ਕੋਈ ਹੁਨਰ ਆਉਂਦਾ ਹੈ, ਕੋਈ ਉਹਦੇ ਕੋਲ ਤਜਰਬਾ ਹੈ ਕਿ ਉਹ ਹੱਥਾਂ ਨਾਲ ਕੁਝ ਕਰ ਸਕੇ ਤੇ ਤਾਂ ਹੀ ਮੈਂ ਉਹਦੇ ਨਾਲ ਵਿਆਹ ਕਰਵਾਵਾਂਗੀ, ਨਹੀਂ ਤੇ ਨਹੀਂ ਕਰਵਾਵਾਂਗੀ। ਸੋ ਉਹਦੀ ਇਸ ਸ਼ਰਤ ਨੂੰ ਮੰਨ ਕੇ ਰਾਜਕੁਮਾਰ ਗਲੀਚੇ ਬਣਾਉਣ ਦਾ ਕੰਮ ਸਿੱਖਦਾ ਹੈ ਔਰ ਵਿਆਹ ਤੋਂ ਪਿੱਛੋਂ ਜਦੋਂ ਰਾਜਕੁਮਾਰ ਰਾਜਾ ਬਣ ਜਾਂਦਾ ਹੈ ਤੇ ਫਿਰ ਇਸ ਗੱਲ ਨੂੰ, ਇਸ ਹੁਨਰ ਨੂੰ ਭੁੱਲ ਜਾਂਦਾ ਹੈ ਤੇ ਜਦ ਸ਼ਿਕਾਰ ਖੇਡਣ ਜਾਂਦਾ ਹੈ ਜੰਗਲ ਵਿੱਚ ਆਪਣੇ ਇਲਾਕੇ ਤੋਂ ਦੂਰ ਚਲਾ ਜਾਂਦਾ ਹੈ ਤੇ ਕਿਸੇ ਦੂਸਰੇ ਦੇ ਰਾਜ ਦੀ ਹੱਦ ਵਿੱਚ ਦਾਖਲ ਹੋ ਜਾਂਦਾ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ, ਆਓ ਪੜ੍ਹਦੇ ਹਾਂ ਪੰਨਾ ਨੰਬਰ 15 ਤੇ। ਆਪਣੇ ਰਾਜ ਦੀ ਹੱਦ ਪਾਰ ਕਰਨ ਦਾ ਉਸ ਨੂੰ ਉਦੋਂ ਪਤਾ ਲੱਗਾ ਜਦੋਂ ਉਸ ਨੂੰ ਗੁਆਂਢੀ ਰਾਜ ਦੇ ਸਿਪਾਹੀਆਂ ਨੇ ਰੋਕਿਆ ਤੇ ਅੰਦਰ ਆਉਣ ਦਾ ਕਾਰਨ ਪੁੱਛਿਆ। ਹੁਣ ਰੋਕ ਲਿਆ, ਦੂਜੇ ਸਿਪਾਹੀਆਂ ਨੇ ਪੁੱਛਿਆ ਵੀ ਕਿਉਂ ਆਇਆ? ਮੈਂ ਰਾਜਾ ਹਾਂ ਇਸ ਰਾਜ ਦਾ, ਤੁਸੀਂ ਕੌਣ ਹੋ ਮੈਨੂੰ ਰੋਕਣ ਵਾਲੇ? ਰਾਜੇ ਨੇ ਕਿਹਾ। ਰਾਜੇ ਨੂੰ ਲੱਗਾ ਕਿ ਕੋਈ ਐਵੇਂ ਹੀ ਨੇ ਜਿਹੜੇ ਪੁੱਛ ਰਹੇ ਨੇ। ਅੱਗੋਂ ਉਹਨਾਂ ਨੂੰ ਕਹਿੰਦਾ ਕਿ ਮੈਂ ਤੇ ਰਾਜਾ ਹਾਂ, ਤੁਸੀਂ ਦੱਸੋ ਤੁਸੀਂ ਕੌਣ ਹੋ, ਮੈਨੂੰ ਰੋਕਦੇ ਕਿਉਂ ਪਏ ਹੋ? ਰਾਜਾ, ਤੁਸੀਂ ਰਾਜਾ ਤਾਂ ਕਿਸੇ ਪਾਸੇ ਤੋਂ ਨਹੀਂ ਵਿਖਾਈ ਦੇ ਰਹੇ, ਬਾਕੀ ਆਪਣੇ ਰਾਜੇ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਸਿਪਾਹੀਆਂ ਨੇ ਕਿਹਾ। ਹੁਣ ਕਿਉਂਕਿ ਭੇਸ ਬਦਲਿਆ ਸੀ, ਪਹਿਰਾਵਾ ਸਾਦਾ ਸੀ, ਸੋ ਕੀ ਕਹਿੰਦੇ ਨੇ ਕਿ ਅਸੀਂ ਆਪਣੇ ਰਾਜੇ ਨੂੰ ਪਹਿਚਾਣਦੇ ਹਾਂ, ਤੁਸੀਂ ਤੇ ਕਿਸੇ ਪਾਸੇ ਤੋਂ ਵੀ ਸਾਨੂੰ ਰਾਜਾ ਨਹੀਂ ਲੱਗ ਰਹੇ। ਰਾਜੇ ਨੂੰ ਉਸ ਵੇਲੇ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਹ ਵਾਕਿਆ ਹੀ ਇਸ ਵੇਲੇ ਸ਼ਾਹੀ ਪਹਿਰਾਵੇ ਵਿੱਚ ਨਹੀਂ ਸੀ, ਉਸ ਕੋਲ ਆਪਣੀ ਤਲਵਾਰ ਤੇ ਤੀਰ ਕਮਾਨ ਤੋਂ ਬਿਨਾਂ ਕੁਝ ਵੀ ਨਹੀਂ ਸੀ। ਜਿਹੜਾ ਸ਼ਾਹੀ ਪਹਿਰਾਵਾ ਹੁੰਦਾ ਰਾਜਿਆਂ ਵਾਲਾ, ਉਹ ਪਹਿਰਾਵਾ ਉਹਨੇ ਨਹੀਂ ਸੀ ਪਹਿਨਿਆ ਹੋਇਆ। ਉਹਨੂੰ ਅਹਿਸਾਸ ਹੋਇਆ ਕਿ ਵਾਕਿਆ ਇਹ ਮੈਨੂੰ ਕਿਵੇਂ ਰਾਜਾ ਸਮਝ ਸਕਦੇ ਨੇ ਕਿ ਮੇਰੇ ਕੋਲ ਤਾਂ ਸਿਰਫ ਸ਼ਿਕਾਰ ਖੇਡਣ ਵਾਲੀਆਂ ਦੋ ਹੀ ਚੀਜ਼ਾਂ ਨੇ, ਤਲਵਾਰ ਜਾਂ ਤੀਰ ਕਮਾਨ, ਹੋਰ ਤੇ ਕੁਝ ਹੈ ਹੀ ਨਹੀਂ। ਉਸ ਦਾ ਘੋੜਾ, ਤਲਵਾਰ ਤੇ ਤੀਰ ਕਮਾਨ ਸਭ ਸਿਪਾਹੀਆਂ ਨੇ ਜ਼ਬਤ ਕਰ ਲਏ ਅਤੇ ਅਗਲੇ ਦਿਨ ਉਸ ਨੂੰ ਸਧਾਰਨ ਕੈਦੀਆਂ ਵਾਂਗ ਰਾਜੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਸੋ ਹੋਇਆ ਕਿ ਤੀਰ ਕਮਾਨ ਤੇ ਤਲਵਾਰ ਸੀ ਜਿਹੜੀ ਉਹਨਾਂ ਨੇ ਲੈ ਲਈ, ਉਹਦੇ ਕੋਲੋਂ ਚੀਜ਼ਾਂ ਖੋਹ ਲਈਆਂ। ਅਗਲੇ ਦਿਨ ਉਹਨੂੰ ਆਮ ਕੈਦੀਆਂ ਵਾਂਗ ਰਾਜੇ ਦੀ ਕਚਹਿਰੀ ਵਿੱਚ ਲੈ ਗਏ, ਜਿੱਥੇ ਰਾਜਾ ਰੋਜ਼ ਝਗੜਿਆਂ ਦਾ ਫੈਸਲਾ ਕਰਦਾ ਹੈ ਜਾਂ ਮਸਲੇ ਸੁਲਝਾਉਂਦਾ ਹੈ ਲੋਕਾਂ ਦੇ, ਉੱਥੇ ਲੈ ਗਏ। ਰਾਜੇ ਦੀ ਕਚਹਿਰੀ ਵਿੱਚ ਉਸਨੇ ਆਪਣੇ ਬਾਰੇ ਦੱਸਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਇੱਕ ਨਾ ਸੁਣੀ। ਰਾਜੇ ਨੂੰ ਆਮ ਕੈਦੀਆਂ ਵਾਂਗ ਜੇਲ੍ਹ ਵਿੱਚ ਕੈਦ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ। ਹੁਣ ਤੱਕ ਰਾਜੇ ਨੂੰ ਸਮਝ ਆ ਗਈ ਸੀ ਕਿ ਇੱਥੇ ਉਸ ਦੀ ਇੱਕ ਨਹੀਂ ਚੱਲਣੀ। ਸੋ ਆਮ ਕੈਦੀਆਂ ਵਾਂਗ ਉਹ ਜੇਲ੍ਹ ਵਿੱਚ ਪਹੁੰਚ ਗਿਆ। ਜੇਲ੍ਹ ਵਿੱਚ ਆ ਕੇ ਉਸਨੇ ਦੇਖਿਆ ਕਿ ਉਸ ਵਾਂਗ ਉਸਦੇ ਰਾਜ ਦੇ ਹੋਰ ਬਹੁਤ ਸਾਰੇ ਕੈਦੀ ਸਜ਼ਾ ਭੁਗਤ ਰਹੇ ਸਨ। ਰਾਜਾ ਇੱਕਦਮ ਨਿਰਾਸ਼ ਹੋ ਗਿਆ। ਕੈਦ ਚੋਂ ਬਾਹਰ ਨਿਕਲਣ ਦੀ ਉਮੀਦ ਬਹੁਤ ਘੱਟ ਸੀ। ਇਸ ਬੇਉਮੀਦੀ, ਜਦੋਂ ਉਮੀਦ ਹੀ ਨਾ ਹੋਵੇ ਆਸ ਹੀ ਨਾ ਹੋਵੇ, ਇਸ ਬੇਉਮੀਦੀ ਵਿੱਚ ਉਸ ਨੂੰ ਆਪਣੇ ਪਰਿਵਾਰ ਤੇ ਰਾਣੀ ਦਾ ਖਿਆਲ ਆਇਆ। ਕਿੱਥੇ ਰਾਜ ਮਹਲ ਦਾ ਸੁੱਖ ਆਰਾਮ ਤੇ ਕਿੱਥੇ ਜੇਲ੍ਹ ਦੀ ਪਤਲੀ ਦਾਲ ਤੇ ਮੋਟੀਆਂ-ਮੋਟੀਆਂ ਰੋਟੀਆਂ। ਜਿਹੜਾ ਕੰਬਲ ਉਸ ਨੂੰ ਦਿੱਤਾ ਗਿਆ ਉਹ ਵੀ ਪੁਰਾਣਾ ਤੇ ਖੁਰਦਰਾ ਸੀ। ਬਹੁਤ ਪੁਰਾਣਾ ਕੰਬਲ ਮਿਲਿਆ। ਖੁਰਦਰਾ ਹੁੰਦਾ ਜਿਹੜਾ ਖਰਵਾ ਹੋਵੇ, ਸਖਤ ਹੋਵੇ, ਸੌਫਟ ਨਾ ਹੋਵੇ, ਮੁਲਾਇਮ ਨਾ ਹੋਵੇ, ਨਰਮ ਨਾ ਹੋਵੇ। ਤੇ ਕੈਦਖਾਨੇ ਦੇ ਕਮਰੇ ਵਿੱਚ ਪਥਰੀਲੇ ਫਰਸ਼ ਉੱਪਰ ਇੱਕ ਪੁਰਾਣਾ ਗਲੀਚਾ ਵਿਛਿਆ ਹੋਇਆ ਸੀ ਜੋ ਥਾਂ-ਥਾਂ ਤੋਂ ਪਾਟ ਗਿਆ ਸੀ। ਹੁਣ ਜਦੋਂ ਉਹਦੀ ਕੋਸ਼ਿਸ਼ ਨਾਕਾਮਯਾਬ ਰਹੀ ਹੈ, ਨਹੀਂ ਉਹਦੀ ਸੁਣਵਾਈ ਹੋਈ, ਉਹਨੂੰ ਫਿਰ ਅਹਿਸਾਸ ਹੋ ਗਿਆ ਕਿ ਹੁਣ ਉਹਦੀ ਇੱਥੇ ਗੱਲ ਨਹੀਂ ਸੁਣੀ ਜਾਣੀ। ਉਹਨੂੰ ਕੈਦੀ ਬਣਾ ਲਿਆ ਇਹਨਾਂ ਨੇ ਤੇ ਹੁਣ ਉਹਨੂੰ ਜੇਲ੍ਹ ਵਿੱਚ ਕੈਦ ਭੁਗਤਣੀ ਹੀ ਪੈਣੀ ਹੈ। ਜਦੋਂ ਜੇਲ੍ਹ ਵਿੱਚ ਗਿਆ ਤੇ ਆਪਣੇ ਰਾਜ ਦੇ ਹੋਰ ਵੀ ਬਹੁਤ ਸਾਰੇ ਲੋਕ ਉੱਥੇ ਵੇਖੇ ਨੇ ਉਹਨੇ, ਉਹ ਵੀ ਕੈਦੀ ਹੋਏ ਨੇ, ਸਜ਼ਾ ਭੁਗਤ ਰਹੇ ਨੇ। ਹੁਣ ਰਾਜਾ ਬਹੁਤ ਉਦਾਸ ਹੋ ਗਿਆ ਸੀ। ਉਹਨੂੰ ਹੁਣ ਕੋਈ ਆਸ ਨਹੀਂ ਸੀ ਕਿ ਉਹ ਆਪਣੇ ਇੱਥੋਂ ਕੈਦ ਦੇ ਵਿੱਚੋਂ ਕਿਵੇਂ ਨਿਕਲ ਸਕੇਗਾ। ਇਸ ਪਿੱਛੋਂ ਉਹਨੂੰ ਆਪਣੇ ਪਰਿਵਾਰ ਦਾ ਤੇ ਰਾਣੀ ਦਾ ਖਿਆਲ ਆਉਂਦਾ ਕਿ ਉਹ ਮੈਨੂੰ ਲੱਭ ਰਹੇ ਹੋਣਗੇ ਕਿ ਮੈਂ ਕਿੱਥੇ ਹਾਂ, ਉਹਨਾਂ ਦਾ ਕੀ ਹਾਲ ਬਣ ਰਿਹਾ ਹੋਏਗਾ। ਬਾਕੀ ਰਾਜ ਮਹਲ ਦੇ ਵਿੱਚ ਚੰਗਾ ਖਾਣਾ ਮਿਲਦਾ ਹੈ, ਸੋ ਇੱਥੇ ਜੇਲ੍ਹ ਦੇ ਵਿੱਚ ਉਹਨੂੰ ਪਤਲੀ ਜਿਹੀ ਦਾਲ ਮਿਲ ਰਹੀ ਹੈ ਤੇ ਮੋਟੀਆਂ-ਮੋਟੀਆਂ ਰੋਟੀਆਂ ਮਿਲ ਰਹੀਆਂ ਜਿਹੜੀਆਂ ਅੰਦਰ ਲੰਘਾਉਣੀਆਂ ਹੀ ਬੜੀਆਂ ਔਖੀਆਂ ਨੇ। ਕਿੱਥੇ ਉਹ ਮਖਮਲੀ ਗੱਦਿਆਂ ਦੇ ਉੱਤੇ ਸੌਂਦਾ ਸੀ ਤੇ ਕਿੱਥੇ ਉਹਨੂੰ
फर्श के उत्ते सोना पै रहा है जिथे एक पाटा पुराना गलीचा विछिया है ते पुराना जिहा सख्त जिहा खुरदरा जिहा कंबल उन्होंने मिलिया है। सो बड़ा परेशान सी। एक दिन वर्खा का मौसम सी। सारे कैदी जेल दीयां कोठड़ियां विच आराम कर रहे सन। राजा अपनी कोठड़ी विच टहल रहा सी। उसने गलीचे चों कुछ रस्सियां कड्ढियां ते गलीचे दे फटे हुए हिस्से की बुणती शुरू करती। बुणती बुणतर जिहड़े धागे विच ने उन्हां नूं आपस विच परोना। गलीचा बनाउंदे होए अचानक उसनूं अपने इस हुनर का ख्याल आया ते नाल ही राजकुमार की उस शर्त के भेद नूं समझण विच कोई देर ना लगी। उसनूं अपने हुनर चों बाहर निकलण दा राह दिखाई देण लगा। हुण जदों उहने इहदी बुणती शुरू कीती, बनाउणा शुरू कर दिता, उहनूं ठीक करना गलीचे नूं, ते उहनूं ख्याल आ गया कि कदी उहने इह काम सिੱਖਿਆ सी, वो बड़े वधिया गलीचे बना लैंदा सी। सो इस दे नाल ही की होया कि उहनूं लग्गिया कि हुण ਜਿਹੜਾ ਉਦੋਂ ਮੈਨੂੰ ਰਾਣੀ ਕਹਿੰਦੀ ਸੀ ਕਿ ਕੋਈ ਹੁਨਰ ਆਉਂਦਾ ਹੋਣਾ ਚਾਹੀਦਾ ਹੈ, ਇਸ ਹੁਨਰ ਦਾ ਮੈਨੂੰ ਹੁਣ ਫਾਇਦਾ ਹੋਣਾ ਹੈ। ਉਹਨੇ ਕਿਉਂ ਸ਼ਰਤ ਰੱਖੀ ਸੀ, ਕਿਉਂ ਇਹਦਾ ਮੁੱਲ ਕਹਿੰਦੀ ਸੀ ਪੈਂਦਾ ਹੈ ਹੁਨਰ ਦਾ, ਮੈਨੂੰ ਉਹੀ ਵਿਅਕਤੀ ਨਾਲ ਮੈਂ ਵਿਆਹ ਕਰਵਾਵਾਂਗੀ ਜਿਹਨੂੰ ਕੋਈ ਹੁਨਰ ਆਉਂਦਾ ਹੋਵੇ। ਸੋ ਉਹਨੂੰ ਸਮਝ ਆ ਗਈ ਸਾਰੀ ਕਿ ਹੁਣ ਇਸ ਹੁਨਰ ਦੇ ਜ਼ਰੀਏ ਮੈਂ ਬਾਹਰ ਨਿਕਲ ਸਕਦਾ ਹਾਂ। ਰਾਜੇ ਨੇ ਕੈਦਖਾਨੇ ਦੇ ਪਹਿਰੇਦਾਰ ਨੂੰ ਬੁਲਾਇਆ। ਦੇਖੋ, ਮੈਂ ਗਲੀਚੇ ਬਣਾਉਣ ਵਾਲਾ ਇੱਕ ਕਾਰੀਗਰ ਹਾਂ। ਜੇ ਮੈਨੂੰ ਗਲੀਚੇ ਬਣਾਉਣ ਦਾ ਸਮਾਨ ਮਿਲ ਜਾਵੇ ਤਾਂ ਮੈਂ ਰਾਜੇ ਦੇ ਰਾਜ ਮਹਿਲ ਲਈ ਬਹੁਤ ਸੁੰਦਰ ਗਲੀਚੇ ਤਿਆਰ ਕਰ ਸਕਦਾ ਹਾਂ। ਹੁਣ ਉਹਨੇ ਪਹਿਰੇਦਾਰ ਨੂੰ ਬੁਲਾ ਕੇ ਕਿਹਾ ਕਿ ਮੈਨੂੰ ਸਮਾਨ ਮੰਗਵਾ ਦਿਓ, ਮੈਂ ਚੰਗਾ ਕਾਰੀਗਰ ਹਾਂ ਤੇ ਮੈਂ ਗਲੀਚੇ ਬਣਾ ਦਿਆਂਗਾ ਤੇ ਜਿਹੜੇ ਅਸੀਂ ਇਸ ਰਾਜ ਮਹਿਲ ਦੇ ਵਿੱਚ ਵਿਛਾ ਲਿਆਂਗੇ, ਤਿਆਰ ਕਰ ਦੇਵਾਂਗੇ ਇਸ ਮਹਿਲ ਵਾਸਤੇ। ਅਗਲੇ ਦਿਨ ਕੈਦੀ ਰਾਜੇ ਕੋਲ ਗਲੀਚੇ ਬਣਾਉਣ ਦਾ ਸਾਰਾ ਸਮਾਨ जेल विच पहुँच गया। राजे ने बड़ी लगन नाल गलीचा बनाउणा शुरू कर दिता। कुछ दिनों में राजे ने एक बहुत ही सुंदर गलीचा तैयार कर लिया। हुण उहनूं समान लिया दिता जेल दे विच ही ते बड़ी मेहनत दे नाल उहने गलीचा बनाया है। कुछ कुछ दिनों दे विच ही उहने बहुत सुंदर गलीचा तैयार कर लिया। जदों गलीचा बन के तैयार हो गया तो राजे ने पहरेदारां नूं कहा, ये गलीचा तैयार है, हुण चाहे इस नूं बाजार विच वेचो ते चाहे इस दी राज दरबार विच वरतों करो, पर जे तुसीं इस गलीचे का चंगा मुल लेना चाहुंदे हो तो बेहतर होवेगा कि इसनूं गुआंढी राज के दरबार विच पेश करके पूरी कीमत के नाल भारी इनाम लिया जाए। मैं सुनिया है कि सुंदर गलीचियां का बड़ा शौकीन है। हुण अपनी जिहड़ी तरकीब बनाई सी उहने वरती है। उन्होंने कहंदा है कि गलीचा हुण तैयार है, हुण जे तुसीं चाहुंदे हो तो इहनूं वेच लवो बाजार विच, जे तुसीं इहनूं राज दरबार विच वरतना चाहुंदे हो तां वी तुहाडी मर्जी, पर हाँ जे तुसीं इहदा बहुत वधिया मुੱਲ चाहुंदे हो, कीमत चंगी चाहुंदे हो तो फिर की है, फिर सलाह ये है कि तुसीं इहनूं नाल वाला गुआंढी राजा है जिहड़ा उहदे दरबार विच पेश करो, क्योंकि वो बहुत शौकीन है गलीचियां दा, वो चंगा मुੱਲ देवेगा तो तुहानूं भारी इनाम भी मिल जाएगा। पहरेदार ने कैदी राजे की दसी हुई गल अपने राजे के अहलकारां नूं दसी। अगले दिन गलीचा लैके कुछ सिपाही ते अहलकार गुआंढी राजे के राज दरबार विच जा पेश हुए। जदों सारी गल उन्होंने कर लई राजे के अहलकारां नाल तां ओह अगले दिन फिर गलीचा लैके सिपाही ते अहलकार, कुछ अहलकार नौकर चाकर ही हुंदे ने, सेवादार खिदमतकार, सो गुआंढी राज के दरबार विच चले गए। उधर राजे बारे कुछ भी पता ना लगन कारण राणी बहुत परेशान सी। राजे की गैर हाजिरी विच राणी राज प्रबंध राणी ही चला रही सी। जदों उसनूं राजे के हत्थां दा बुणिया होया गलीचा दिखाया गया तो उसने गलीचे के कारीगर नूं मिलण की इच्छा प्रगट की, पर जदों उसनूं कारीगर के कैदी होने का पता लग गया कि कैदी है तो उसनूं सारी गल समझ आ गई। गलीचे की अजिही सुंदर बुणती सिर्फ उसका राजा ही जानदा सी। उसने गुआंढी राजे के सिपाहियों नूं कैद कर लिया ते अपने वजीर नूं फौज की तैयारी करने लई कहा। जदों उधर राजे दे दरबार विच चले गए ने राणी को लैके गलीचा, राणी क्योंकि पहले ही परेशान सी कि राजे की कोई खबर नहीं सी मिल रही, कुछ पता नहीं सी लग रहा, उत्सुक नहीं सी पै रही। सो उत्थे जदों ये गए ने गलीचा लैके तो उन्हें पहचान लिया है कि गलीचा ये बहुत सोहना ते बुणतर किहदे हत्थां दी है। तो उन्हें कहा कि मैनूं गलीचे के कारीगर नूं मैं मिलना चाहुंदी हाँ, पर जदों पता लग गया कि वह कारीगर कैद है
ਫਿਰ ਉਹਨੂੰ ਸਾਰੀ ਗੱਲ ਸਮਝ ਆ ਗਈ ਕਿ ਕੈਦ ਕਿਵੇਂ ਹੋਇਆ ਤੇ ਕੀ ਗੱਲ ਹੋਈ। ਉਹਨੇ ਫਿਰ ਜਿਹੜੇ ਸਿਪਾਹੀ ਆਏ ਸੀ ਉਹਨਾਂ ਨੂੰ ਕੈਦ ਕਰ ਲਿਆ ਤੇ ਵਜ਼ੀਰ ਨੂੰ ਕਿਹਾ ਵੀ ਯੁੱਧ ਦੀ ਤਿਆਰੀ ਕਰੀਏ। ਗੁਆਂਢੀ ਰਾਜਾ ਯੁੱਧ ਵਾਸਤੇ ਤਿਆਰ ਨਹੀਂ ਸੀ। ਉਸਨੇ ਰਾਣੀ ਦੀ ਈਨ ਮੰਨ ਕੇ ਅਧੀਨਗੀ ਸਵੀਕਾਰ ਕਰ ਲਈ। ਵਜ਼ੀਰ ਨੇ ਕੈਦਖਾਨੇ 'ਚੋਂ ਸਾਰੇ ਕੈਦੀਆਂ ਨੂੰ ਆਜ਼ਾਦ ਕਰ ਦਿੱਤਾ। ਉਹਨਾਂ ਵਿੱਚ ਆਪਣੇ ਰਾਜ ਦੇ ਰਾਜੇ ਨੂੰ ਦੇਖ ਕੇ ਰਾਣੀ ਬਹੁਤ ਖੁਸ਼ ਹੋਈ। ਹੁਣ ਗੁਆਂਢੀ ਰਾਜੇ ਕੋਲ ਇੰਨਾ ਇੰਤਜ਼ਾਮ ਨਹੀਂ ਸੀ ਕਿ ਉਹ ਇੱਕਦਮ ਯੁੱਧ ਕਰ ਲੈਂਦਾ। ਜਦੋਂ ਰਾਣੀ ਲਾਮ ਲਸ਼ਕਰ ਲੈ ਕੇ ਉੱਥੇ ਪਹੁੰਚ ਗਈ ਹੈ ਤੇ ਰਾਜਾ ਅੱਗੋਂ ਤਿਆਰ ਨਹੀਂ ਸੀ। ਸੋ ਫਿਰ ਕੀ ਹੋਇਆ ਏ, ਉਹਨੇ ਫਿਰ ਹਾਰ ਮੰਨ ਲਈ। ਕਹਿੰਦਾ ਮੈਂ ਤੁਹਾਡਾ ਗੁਲਾਮ ਬਣ ਜਾਣਾ। ਅਧੀਨਗੀ ਮੰਨ ਲਈ, ਅਧੀਨ ਹੋ ਗਿਆ, ਗੁਲਾਮ ਹੋ ਗਿਆ। ਫਿਰ ਵਜ਼ੀਰ ਨੇ ਕੈਦਖਾਨੇ 'ਚੋਂ ਸਾਰੇ ਕੈਦੀਆਂ ਨੂੰ ਆਜ਼ਾਦ ਕਰਤਾ, ਰਿਹਾ ਕਰਤਾ ਤੇ ਰਾਜੇ ਨੂੰ ਵੇਖ ਕੇ ਰਾਣੀ ਨੂੰ ਬਹੁਤ ਖੁਸ਼ੀ ਹੋਈ, ਬਹੁਤ ਚਾਅ ਹੋਇਆ। ਰਾਜੇ ਨੇ ਰਾਣੀ ਦਾ ਧੰਨਵਾਦ ਕੀਤਾ। ਅੱਜ ਮੈਨੂੰ ਹੱਥ ਦੇ ਹੁਨਰ ਦੇ ਮੁੱਲ ਦਾ ਪਤਾ ਲੱਗਿਆ ਹੈ। ਇਹ ਹੁਨਰ ਕਈ ਵਾਰੀ ਨਵੀਂ ਜ਼ਿੰਦਗੀ ਦੇ ਦਰਵਾਜ਼ੇ ਖੋਲ੍ਹ ਦਿੰਦਾ ਹੈ। ਹੁਣ ਰਾਜਾ ਕਹਿੰਦਾ ਹੈ ਕਿ ਮੈਂ ਅੱਜ ਇਹਦੀ ਅਸਲ ਕੀਮਤ ਸਮਝ ਸਕਿਆ ਵਾਂ ਕਿ ਜਿਹੜਾ ਮੈਂ ਹੁਨਰ ਸਿੱਖਿਆ ਸੀ ਉਹ ਕਿਵੇਂ ਮੇਰੇ ਲਈ ਫਾਇਦੇਮੰਦ ਹੋਇਆ ਹੈ। ਸੋ ਇਹ ਹੈ ਕਹਾਣੀ ਇਸ ਪਾਠ ਦੀ ਜੋ ਤੁਸੀਂ ਪੜ੍ਹੀ ਹੈ, ਸੁਣੀ ਹੈ। ਇਹਨੂੰ ਤੁਸੀਂ ਵੀ ਇੱਕ ਵਾਰੀ ਚੰਗੀ ਤਰ੍ਹਾਂ ਪੜ੍ਹੋਗੇ ਤੇ ਇਹਦੇ ਵਿੱਚੋਂ ਚੰਗੀਆਂ ਗੱਲਾਂ ਨੇ ਸਿੱਖਣ ਵਾਲੀਆਂ, ਉਹਨਾਂ ਨੂੰ ਸਿੱਖੋਗੇ ਕਿ ਸਾਨੂੰ ਵੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਹੁਨਰ ਜ਼ਰੂਰ ਆਉਂਦਾ ਹੋਣਾ ਚਾਹੀਦਾ ਹੈ, ਕੋਈ ਆਰਟ ਸਾਡੇ 'ਚ ਕੋਈ ਕਲਾ ਜ਼ਰੂਰ ਹੋਣੀ ਚਾਹੀਦੀ ਹੈ। ਕੱਲ੍ਹ ਨੂੰ ਫਿਰ ਮਿਲਦੇ ਹਾਂ। ਧੰਨਵਾਦ।